ਮੀਆਂ ਸਾਹਿਬ ਅੱਜ ਨਾ ਮੈਂ ਤੁਹਾਨੂੰ ਵੀ ਸੇਲ ਦੀ ਸਟ੍ਰੈਟਜੀ ਦੱਸਣਾ ਕਿ ਬਿਜ਼ਨਸ ਦੇ ਵਿੱਚ ਸੇਲ ਦੀ ਸਟ੍ਰੈਟਜੀ ਕਿੰਝ ਬਣਾਈ ਜਾਂਦੀ ਹੈ ਤੇ ਨਾਲੇ ਮੀਆਂ ਸਾਹਿਬ ਜਿਹੜੀ ਆਫਰਸ ਲੱਗਦੀਆਂ ਨੇ ਇਹ ਕਿੰਝ ਲੱਗਦੀਆਂ ਨੇ ਤੇ ਕਿਉਂ ਲੱਗਦੀਆਂ ਨੇ ਜੀ 50% ਡਾਊਨ 50% ਇਸ ਤਰ੍ਹਾਂ ਇਹ ਆਫਰਸ ਕਿਉਂ ਲੱਗਦੀਆਂ ਨੇ ਉਹ ਮੈਂ ਤੁਹਾਨੂੰ ਦੱਸਣਾ ਵਾ। ਉਹ ਵਜ੍ਹਾ ਇਹ ਵੀ ਨਾ ਮੀਆਂ ਸਾਹਿਬ ਕਿ ਅਸੀਂ ਵੀ ਆਫਰ ਲਾਈ ਹੈ ਹੁਣ ਫੁੱਟਬਾਲ ਦੀ। ਇਹ ਮੇਰੇ ਕੋਲ ਫੁੱਟਬਾਲ ਨੇ ਨਾ ਭੇਜਿਆ ਇਹ ਮਤਲਬ ਡਿਫਰੈਂਟ ਬ੍ਰਾਂਡਸ ਨੇ ਇਹਦੇ ਵਿੱਚ ਉਹਦਾ ਸੈਂਪਲਸ ਰੱਖੇ ਨੇ। ਮੈਂ ਮਾਰਕੀਟ ਦੇ ਵਿੱਚ ਗਿਆ ਸਾਂ ਤੇ ਉਹਨਾਂ ਨੂੰ ਮੈਂ ਦੱਸਣਾ ਸਾ ਪਿਆ ਕਿ ਤੁਹਾਡੇ ਵਾਸਤੇ ਆਫਰਸ ਆਈ ਹੈ ਹੁਣ। ਉਹ ਮੀਆਂ ਸਾਹਿਬ ਆਫਰਸ ਕਿਉਂ ਲੱਗਦੀ ਹੈ, ਸਟ੍ਰੈਟਜੀ ਕੀ ਹੈ? ਦੇਖੋ ਸਾਡਾ ਅਲਹਮਦੁਲਿਲਾ 80 to 85% ਕੰਟੇਨਰ ਸੇਲ ਹੋ ਗਿਆ। ਹੁਣ ਸਾਡੇ ਕੋਲੋਂ ਜਿਹੜਾ ਸਟਾਕ ਬਚਿਆ ਵੇ ਉਹ ਤੁਸੀਂ ਲਾ ਲਓ 15 to 20% ਰਹਿ ਗਿਆ ਵੇ। ਹੁਣ ਅਗਰ ਅਸੀਂ ਇਹਨੂੰ ਜੱਫਾ ਪਾ ਕੇ ਬਹਿ ਰਵਾਂਗੇ ਨਾ ਤੇ ਸਾਡੇ ਐਕਸਪੈਂਸ ਜ਼ਿਆਦਾ ਹੋ ਜਾਣਗੇ। ਅਸੀਂ ਨਵਾਂ ਜਿਹੜਾ ਸਟਾਕ ਹੈ ਹੁਣ ਹੀ ਲਿਆ ਸਕਾਂਗੇ। ਹੁਣ ਕੋਈ ਵੀ ਜਿਹੜਾ ਬਿਜ਼ਨਸਮੈਨ ਹੈ ਉਹ ਭਲਾ ਕੀ ਕਰਦਾ ਹੈ, ਪ੍ਰਾਈਸ ਡਾਊਨ ਕਰਕੇ ਨਾ ਤੇ ਉਹ ਸਟਾਕ ਸੇਲ ਕਰਦਾ ਹੈ। ਉਹਦਾ ਪਲਾਨ ਇਹ ਹੁੰਦਾ ਵੇ ਮੀਆਂ ਸਾਹਿਬ ਕਿ ਇਹ ਜਿਹੜਾ ਸਟਾਕ ਹੈ ਇਹ ਜਲਦੀ ਤੋਂ ਜਲਦੀ ਸੇਲ ਹੋਏ ਤੇ ਮੈਂ ਨਵਾਂ ਸਟਾਕ ਲੈ ਕੇ ਆਵਾਂ। ਇਹ ਉਹ ਸਟ੍ਰੈਟਜੀ ਹੁੰਦੀ ਹੈ। ਬਸ ਜਿੰਨੇ ਵੀ ਲੋਕੀ ਆਫਰਸ ਵਗੈਰਾ ਲਾਉਂਦੇ ਨੇ ਉਹਦੇ ਪਿੱਛੇ ਇਹੀ ਪਲਾਨ ਹੁੰਦਾ ਕਿ ਜਿਹੜਾ ਉਹਨਾਂ ਕੋਲ ਪੁਰਾਣਾ ਸਟਾਕ ਹੁੰਦਾ ਵੇ ਉਹਨੂੰ ਉਹ ਜਲਦੀ ਕੱਢ ਛੱਡਦੇ ਨੇ ਤਾਂ ਕਿ ਨਵਾਂ ਸਟਾਕ ਆਏ, ਕਸਟਮਰਸ ਨੂੰ ਪਤਾ ਚੱਲੇ ਕਿ ਜਿਹੜਾ ਹੁਣ ਸਟਾਕ ਇਹਨਾਂ ਕੋਲ ਨਵਾਂ ਆ ਗਿਆ। ਅਸੀਂ ਵੀ ਹੁਣ ਇਸ ਟਾਈਮ ਆਫਰਸ ਲਾਈਏ। ਆਫਰਸ ਦਾ ਫਾਇਦਾ ਇਹ ਹੁੰਦਾ ਹੈ ਨਾ ਕਿ ਸੇਲ ਹੋ ਜਾਂਦਾ ਵੇ। ਹੁਣ ਜਿਹੜੇ ਹੋਲਸੇਲਰ ਨੇ ਜਿਨ੍ਹਾਂ ਨੂੰ ਅਸੀਂ ਦਿੰਨੇ ਸਾਗੇ ਉਹਨਾਂ ਨੂੰ ਮੈਂ ਕਿਹਾ ਜਾ ਕੇ ਉਹਨਾਂ ਨੂੰ ਮੈਂ ਕਿਹਾ ਦੇਖੋ ਯਾਰ ਤੁਹਾਨੂੰ ਅਸੀਂ ਇੰਨੇ ਦਾ ਦਿੰਨੇ ਸਾਂ ਤੇ ਹੁਣ ਤੁਹਾਨੂੰ ਇੰਨੇ ਦਾ ਦੇਣਾ ਵੇ। ਉਹਦੀ ਰੀਜ਼ਨ ਹੈ ਵੇ ਕਿ ਮੈਂ ਵਾਪਸ ਜਾਣਾ ਵੇ ਤੇ ਨਵਾਂ ਕੰਟੇਨਰ ਲੈ ਕੇ ਆਉਣਾ ਵੇ ਮੈਂ। ਤੇ ਇਹ ਤੁਹਾਡੇ ਵਾਸਤੇ ਮਤਲਬ ਬੜੀ ਅੱਛੀ ਆਫਰ ਉਹਨਾਂ ਨੇ ਵੀ ਐਕਸੈਪਟ ਕੀਤਾ। ਮਤਲਬ ਬਹੁਤ ਜ਼ਿਆਦਾ ਤੇ ਨਹੀਂ ਆਰਡਰ ਉਹਨਾਂ ਨੇ ਇਨਕਰੀਜ਼ ਕੀਤਾ ਲੇਕਿਨ ਥੋੜ੍ਹਾ ਥੋੜ੍ਹਾ ਆਰਡਰ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਦਿੰਦੇ ਹਾਂ। ਉਹ ਸਾਰਿਆਂ ਨੇ ਦੇਣਾ ਵੇ ਤੇ ਜਿਹੜਾ ਤੁਹਾਡਾ 25% ਸੌਰੀ ਜਿਹੜਾ ਸਾਡਾ 20% ਰਹਿ ਗਿਆ ਵੇ ਤੇ ਉਹ ਵੀ ਨਿਕਲ ਜਾਣਾ। ਗੱਲ ਦੀ ਸਮਝ ਆ ਗਈ ਕਿ ਨਹੀਂ? ਇਹ ਸੇਲਸ ਕਿਉਂ ਲੱਗਦੀਆਂ ਨੇ? ਸੇਲਸ ਇਸ ਵਜ੍ਹਾ ਵਾਸਤੇ ਲੱਗਦੀਆਂ ਨੇ ਕਿ ਜਿਹੜਾ ਸਟਾਕ ਪਿਆ ਹੁੰਦਾ ਪੁਰਾਣਾ ਉਹ ਇਹਨਾਂ ਨੇ ਕੱਢਣਾ ਹੁੰਦਾ ਵੇ ਜਾਂ ਬਸ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਫੰਡਸ ਵੀ ਸ਼ਾਰਟ ਹੋ ਜਾਂਦੇ ਨੇ ਫਿਰ ਵੀ ਸੇਲ ਜਿਹੜੇ ਨੇ ਉਹ ਕਾਰੋਬਾਰੀ ਲਾਉਂਦੇ ਨੇ। ਮਤਲਬ ਕਾਫੀ ਆਪਸ਼ਨ ਨੇ ਲੇਕਿਨ ਹੁੰਦਾ ਇਹੀ ਹੈ ਕਿ ਉਹਨਾਂ ਨੇ ਉਹਨੂੰ ਸਟਾਕ ਨੂੰ ਕੱਢਣਾ ਹੁੰਦਾ ਵੇ, ਨਵਾਂ ਸਟਾਕ ਟਾਪ ਅਪ ਕਰਨਾ ਹੁੰਦਾ ਵੇ। ਇਸ ਵਜ੍ਹਾ ਵਾਸਤੇ ਸੇਲ ਲੱਗਦੀ ਹੈ। ਅਸੀਂ ਵੀ ਲਾਈ ਹੈ ਮੀਆਂ ਸਾਹਿਬ ਸੇਲ ਹੁਣ। ਮੀਆਂ ਸਾਹਿਬ ਇਹੀ ਲਾਈਫ ਹੈ, ਇਹੀ ਜ਼ਿੰਦਗੀ ਹੈ ਕਿ ਤੁਸੀਂ ਇੱਕ ਤਰ੍ਹਾਂ ਦਾ ਮਾਮਲਾਤ ਨਹੀਂ ਰੱਖ ਸਕਦੇ। ਇਸ ਤਰ੍ਹਾਂ ਹੁੰਦਾ ਵੇ ਕਿ ਤੁਸੀਂ ਸ਼ੁਰੂ ਦੇ ਵਿੱਚ ਹੋਰ ਸਟ੍ਰੈਟਜੀ ਹੁੰਦੀ ਹੈ, ਮਿਡ ਦੇ ਵਿੱਚ ਜਾ ਕੇ ਹੋਰ ਹੁੰਦੀ ਹੈ, ਲਾਸਟ ਹੋਰ ਹੁੰਦੀ ਹੈ। ਜਿਹੜਾ ਬੰਦਾ ਅੜ ਜਾਂਦਾ ਵੇ ਕਿ ਯਾਰ ਮੈਂ ਚੇਂਜ ਨਹੀਂ ਹੋਣਾ ਤੇ ਉਹ ਫਲੈਕਸੀਬਿਲਿਟੀ ਸ਼ੋ ਨਹੀਂ ਕਰਦਾ ਤੇ ਮੀਆਂ ਸਾਹਿਬ ਉਹ ਫਿਰ ਬੜਾ ਤੰਗ ਹੁੰਦਾ ਵੇ। ਇਸ ਤਰ੍ਹਾਂ ਹੀ ਬਿਜ਼ਨਸ ਹੈ। ਕਦੀ ਕਦੀ ਤੁਹਾਨੂੰ ਕੈਸ਼ ਦੀ ਜ਼ਰੂਰਤ ਪੈ ਜਾਂਦੀ ਹੈ, ਕਦੀ ਕਦੀ ਤੁਹਾਨੂੰ ਪੁਰਾਣਾ ਸਟਾਕ ਕੱਢਣਾ ਪੈਂਦਾ ਵੇ। ਤੁਸੀਂ ਆਫਰਸ ਵਗੈਰਾ ਲਾਉਂਦੇ ਹੋ ਤੇ ਉਹ ਕੱਢਦੇ ਹੋ। ਮੀਆਂ ਸਾਹਿਬ ਜ਼ਿੰਦਗੀ ਹੈ ਨਾ ਉਹ ਇੱਕ ਇੰਗਲਿਸ਼ ਦੀ ਕੋਟੇਸ਼ਨ ਹੈ ਕਿ ਚੇਂਜਿੰਗ ਰੂਲਸ ਫॉर द ਚੇਂਜਿੰਗ ਨੀਡਸ। ਮਤਲਬ ਇਹ ਕਿ ਰੂਲਸ ਜਿਹੜੇ ਨੇ ਉਹ ਚੇਂਜ ਹੋ ਜਾਂਦੇ ਨੇ ਜਦੋਂ ਜ਼ਰੂਰਤਾਂ ਚੇਂਜ ਹੋ ਜਾਂਦੀਆਂ ਨੇ। ਤੇ ਇਹ ਮਾਮਲਾ ਆਵੇ ਹੁਣ ਬੰਦਾ ਕਿ ਬਹੁਤ ਜ਼ਿਆਦਾ ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੇਸਿਕਸ ਹੁੰਦੀਆਂ ਨੇ ਉਹਨਾਂ ਉੱਤੇ ਤੁਸੀਂ ਉਹਨਾਂ ਨੂੰ ਚੇਂਜ ਨਹੀਂ ਕਰਨਾ ਲੇਕਿਨ ਜਿਹੜੀ ਉਹ ਨੋਰਮਲ ਚੀਜ਼ਾਂ ਨੇ ਉਹ ਤੁਸੀਂ ਡੈਫੀਨੇਟਲੀ ਉਹਦੇ ਉੱਤੇ ਕੰਪਰੋਮਾਈਜ਼ ਤੁਸੀਂ ਕਰ ਸਕਦੇ ਹੋ ਤੇ ਕਰਨਾ ਵੀ ਚਾਹੀਦਾ ਤਾਂ ਕਿ ਸਟੇਬਿਲਿਟੀ ਆਏ ਤੇ ਜਿਹੜਾ ਤੁਹਾਡਾ ਕਾਰੋਬਾਰ ਹੈ ਉਹ ਗਰੋ ਕਰੇ। ਤੇ ਬਾਟਮ ਲਾਈਨ ਹੈ ਵੇ ਅਸੀਂ ਵੀ ਹੁਣ ਆਪਣੇ ਫੁੱਟਬਾਲ ਦੀ ਜਿਹੜੀ ਹੈ ਨਾ ਸੇਲ ਲਾਈਏ ਤਾਂ ਕਿ ਜਿਹੜਾ ਸਾਡਾ 15% ਲੈ ਗਿਆ ਵੇ ਸਟਾਕ ਉਹ ਨਿਕਲੇ ਤੇ ਅਸੀਂ ਨਵਾਂ ਸਟਾਕ ਲੈ ਕੇ ਆਈਏ ਤੇ ਨੈਕਸਟ ਮੰਥ ਇਨਸ਼ਾਅੱਲਾ ਪਲਾਨ ਕਰੀਏ ਪਾਕਿਸਤਾਨ ਆਉਣ ਦਾ। ਓਕੇ ਮੀਆਂ ਸਾਹਿਬ।